ਕਨੈਕਟ ਐਫਐਮ ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਸਰੀ ਪੁਲਿਸ ਸਰਵਿਸ ਦੇ ਬੈਜ ਦੀ ਵਰਚੁਅਲ ਸਮਾਗਮ ਦੌਰਾਨ ਹੋਈ ਘੁੰਡ ਚਕਾਈ। BC 'ਚ ਕੋਵਿਡ-19 ਮਾਮਲਿਆਂ ਦੀ ਗਿਣਤੀ ਕੁਝ ਘਟੀ। ਅੱਜ 697 ਮਾਮਲੇ ਹੋਏ ਰਿਪੋਰਟ। ਮੈਟਰੋ ਵੈਨਕੂਵਰ 'ਚ ਘਰਾਂ ਦੀਆਂ ਕੀਮਤਾਂ ਤੋੜ ਰਹੀਆਂ ਰਿਕਾਰਡ। ਵਿਕਰੀ ਲਈ ਘਰਾਂ ਦੀ ਗਿਣਤੀ 'ਚ ਵਾਧਾ। ਕੁਐਸਚਨ ਪੀਰੀਅਡ ਦੌਰਾਨ ਭਖੇ ਵੈਕਸੀਨ ਤੇ ਕੇਟੀ ਟੈਲਫੋਰਡ ਦੇ ਮੁੱਦੇ। ਓਟੂਲ ਤੇ ਟਰੂਡੋ ਵਿਚਾਲੇ ਤਿੱਖੀ ਬਹਿਸ। ਭਾਰਤ ਵਿੱਚ ਲਗਾਤਾਰ 13ਵੇਂ ਦਿਨ 3 ਲੱਖ ਤੋਂ ਵਧੇਰੇ ਕੋਵਿਡ-19 ਮਾਮਲੇ ਹੋਏ ਰਿਪੋਰਟ। ਕੁੱਲ ਮਾਮਲਿਆਂ ਦੀ ਗਿਣਤੀ 2 ਕਰੋੜ ਦੇ ਪਾਰ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਸਰੀ ਪੁਲਿਸ ਸਰਵਿਸ ਨੇ ਆਪਣੇ ਕ੍ਰੈਸਟ ਦੀ ਘੁੰਡ ਚਕਾਈ ਕੀਤੀ ਹੈ। ਇਸ ਬੈਜ ਵਿੱਚ ਰਿਸਪੈਕਟ, ਇੰਟੈਗ੍ਰਿਟੀ ਤੇ ਆਨਰ ਯਾਨੀ ਕਿ ਇੱਜ਼ਤ, ਇਮਾਨਦਾਰੀ ਤੇ ਮਾਣ ਦੇ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ। ਮੰਗਲਵਾਰ ਨੂੰ ਹੋਈ ਇੱਕ ਵਰਚੁਅਲ ਬੈਠਕ ਵਿੱਚ ਲਾਂਚਿੰਗ ਕੀਤੀ ਗਈ। ਇਹ ਬੈਠਕ ਉਸੇ ਸਰੀ ਕਾਉਂਸਲ ਚੈਂਬਰਸ ਵਿੱਚ ਕੀਤੀ ਗਈ ਜਿੱਥੇ 5 ਨਵੰਬਰ 2018 ਨੂੰ ਕਾਉਂਸਲ ਨੇ ਆਪਣੀ ਇਨੌਗਰਲ ਬੈਠਕ ਵਿੱਚ ਸੂਬਾ ਸਰਕਾਰ ਤੇ ਫੈਡਰਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਤੇ RCMP ਨਾਲ ਕਰਾਰ ਖਤਮ ਕਰਨ ਦੀ ਜਾਣਕਾਰੀ ਦਿੱਤੀ ਸੀ। ਸਰੀ ਪੁਲਿਸ ਸਰਵਿਸ ਦਾ ਮੋਟੋ ਰੱਖਿਆ ਗਿਆ ਸੇਫਰ, ਸਟਰੋਂਗਰ, ਟੁਗੇਦਰ। ਸਰੀ ਦੇ ਮੇਅਰ ਡਗ ਮੈਕਲਮ ਨੇ ਕਿਹਾ ਕਿ ਸਰੀ ਪੁਲਿਸ ਦਾ ਬੈਜ ਅਤੀਤ, ਵਰਤਮਾਨ ਤੇ ਭਵਿੱਖ ਨੂੰ ਜੋੜਦਾ ਹੈ। ਇਸ ਮੌਕੇ ਮੈਕਲਮ ਨੇ ਕਿਹਾ ਕਿ ਉਹ ਸੇਵਾ ਨਿਭਾਉਣ ਵਾਲੇ ਸਾਰੇ ਪੁਲਿਸ ਅਫਸਰਾਂ ਤੇ ਕੁਰਬਾਨੀ ਦੇਣ ਵਾਲੇ ਅਫਸਰਾਂ ਨੂੰ ਯਾਦ ਕਰ ਰਹੇ ਹੈ। ਇਸ ਕ੍ਰੈਸਟ ਵਿੱਚ 6 ਸਟਾਰ ਵੀ ਹਨ ਜੋ ਕਿ ਗਿਲਫਰਡ, ਵਾਲੀ, ਨਿਊਟਨ, ਕਲੋਵਰਡੇਲ, ਫਲੀਟਵੁੱਡ ਤੇ ਸਾਊਥ ਸਰੀ ਨੂੰ ਚਿੰਨ੍ਹਿਤ ਕਰਦੇ ਹੈ। BC ਵਿੱਚ ਸਿਹਤ ਅਧਿਕਾਰੀਆਂ ਨੇ ਗਰਭਵਤੀ ਲੋਕਾਂ ਨੂੰ ਵੈਕਸੀਨੇਟ ਕਰਨ ਸੰਬੰਧੀ ਐਲਾਨ ਕਰਦੇ ਹੋਏ ਦੱਸਿਆ ਕਿ ਜਿਹੜੇ ਲੋਕ ਗਰਭਵਤੀ ਹੈ ਅਤੇ 16 ਸਾਲ ਤੋਂ ਵਧੇਰੀ ਉਮਰ ਦੇ ਹਨ ਉਹ ਹੁਣ ਇਮਿਊਨਾਈਜੇਸ਼ਨ ਪਲਾਨ ਵਿੱਚ ਤਰਜੀਹ ਵਾਲੀ ਸੂਚੀ ਵਿੱਚ ਸ਼ਾਮਲ ਹੋਣਗੇ। ਅੱਜ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਡਾਕਟਰ ਬੌਨੀ ਹੈਨਰੀ ਨੇ ਕਿਹਾ ਕਿ ਹੈਲਥ ਕੈਨੇਡਾ ਤੋਂ ਮਨਜ਼ੂਰ ਹੋ ਚੁੱਕੀਆਂ ਸਾਰੀਆਂ ਵੈਕਸੀਨ ਸੁਰੱਖਿਅਤ ਅਤੇ ਅਸਰਦਾਰ ਹਨ ਅਤੇ ਉਹਨਾਂ ਕਿਹਾ ਕਿ ਉਹ ਸਭ ਨੂੰ ਵੈਕਸੀਨ ਹਾਸਲ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੀ ਹਨ ਜਿਸ ਵਿੱਚ ਗਰਭਵਤੀ ਲੋਕ ਵੀ ਸ਼ਾਮਲ ਹਨ। BC 'ਚ ਅੱਜ ਕੋਵਿਡ-19 ਦੇ 697 ਮਾਮਲੇ ਰਿਪੋਰਟ ਹੋਏ। ਦੁੱਖ ਦੀ ਗੱਲ ਸੀ ਕਿ ਇੱਕ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ। ਹੁਣ BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,32,353 ਤੱਕ ਪਹੁੰਚ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1597 ਹੋ ਚੁੱਕੀ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 7,161 ਤੱਕ ਪਹੁੰਚ ਗਏ ਹੈ। ਕੁੱਲ 486 ਲੋਕ ਹਸਪਤਾਲ 'ਚ ਦਾਖਲ ਹੈ ਤੇ ਇਸ 'ਚ 173 ਨੂੰ ICU ਵਿੱਚ ਰੱਖਿਆ ਗਿਆ ਹੈ। BC ਵਿੱਚ ਕੋਵਿਡ-19 ਸੰਬੰਧੀ 19,10,162 ਵੈਕਸੀਨ ਖੁਰਾਕਾਂ ਪ੍ਰਦਾਨ ਹੋ ਚੁੱਕੀਆਂ। BC ਕੰਜ਼ਰਵੇਸ਼ਨ ਆਫਿਸਰਸ ਦਾ ਕਹਿਣਾ ਹੈ ਕਿ ਇੱਕ ਕੂਗਰ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ ਹੈ। ਉਸ ਨੂੰ 에ਅਰਲਿਫਟ ਕਰ ਹਸਪਤਾਲ ਪਹੁੰਚਾਇਆ ਗਿਆ। ਘਟਨਾ ਇਸ ਔਰਤ ਦੇ ਘਰ ਵਿੱਚ ਹੀ ਵਾਪਰੀ। ਮੰਗਲਵਾਰ ਸਵੇਰੇ ਕਰੀਬ 8:15 ਵਜੇ ਘਟਨਾ ਤੋਂ ਬਾਅਦ ਬਚਾਅ ਟੀਮਾਂ ਨੂੰ ਫਰੇਜ਼ਰ ਵੈਲੀ ਵਿੱਚ ਅਗਾਜ਼ਸ ਦੇ ਹੈਰਿਸਨ ਮਿਲਜ਼ ਇਲਾਕੇ ਵਿੱਚ ਸੱਦਿਆ ਗਿਆ ਸੀ। ਇਹ ਪ੍ਰਾਪਰਟੀ ਪਿਛੜੇ ਇਲਾਕੇ 'ਚ ਸਥਿਤ ਦੱਸੀ ਗਈ ਹੈ। ਇਹ ਇਲਾਕਾ ਵੈਨਕੂਵਰ ਤੋਂ ਕਰੀਬ 110 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਔਰਤ ਦੀ ਹਾਲਤ ਗੰਭੀਰ ਦੱਸੀ ਗਈ ਸੀ ਅਤੇ ਉਸ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੈਟਰੋ ਵੈਨਕੂਵਰ 'ਚ ਰੈਜ਼ੀਡੈਂਸ਼ੀਅਲ ਰੀਅਲ ਏਸਟੇਟ ਦੀ ਵੱਧਦੀ ਮੰਗ ਵਿਚਾਲੇ ਵਧੇਰੇ ਘਰਾਂ ਦੀ ਲਿਸਟਿੰਗ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਖਰੀਦਦਾਰਾਂ ਲਈ ਅਜੇ ਵੀ ਬਹੁਤੇ ਵਿਕਲਪ ਮੌਜੂਦ ਨਹੀਂ ਹੈ। ਰੀਅਲ ਏਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ ਦਾ ਕਹਿਣਾ ਹੈ ਕਿ ਇਸ ਸਾਲ ਅਪ੍ਰੈਲ ਵਿੱਚ ਬੀਤੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਘਰਾਂ ਦੀ ਵਿਕਰੀ 'ਚ 342% ਦਾ ਵਾਧਾ ਵੇਖਣ ਨੂੰ ਮਿਲਿਆ। ਯਾਦ ਰਹੇ ਬੀਤੇ ਸਾਲ ਅਪ੍ਰੈਲ ਦਾ ਮਹੀਨਾ ਹੀ ਸੀ ਜਦ ਪਹਿਲਾ ਪੂਰਾ ਮਹੀਨਾ ਕੋਵਿਡ-19 ਦੇ ਪ੍ਰਭਾਵ ਕੈਨੇਡਾ 'ਚ ਵੇਖਣ ਨੂੰ ਮਿਲੇ ਸਨ। ਬੋਰਡ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਮਹੀਨੇ 'ਚ ਵਿਕਰੀ ਲਈ ਲਿਸਟ ਹੋਣ ਵਾਲੇ ਘਰਾਂ ਦੀ ਗਿਣਤੀ ਬੀਤੇ ਸਾਲ ਦੇ ਮਹੀਨੇ ਦੇ ਮੁਕਾਬਲੇ 9% ਵਧੇਰੇ ਸੀ। ਬੋਰਡ ਅਨੁਸਾਰ ਬੀਤੇ ਮਹੀਨੇ 4,908 ਘਰਾਂ ਦੀ ਵਿਕਰੀ ਵੇਖਣ ਨੂੰ ਮਿਲੀ। ਇਸੇ ਮਹੀਨੇ 10,245 ਘਰਾਂ ਨੂੰ ਵਿਕਰੀ ਲਈ ਲਿਸਟ ਕੀਤਾ ਗਿਆ ਸੀ। ਮਾਰਕੀਟ ਵਿੱਚ ਕਿਸੇ ਅਲੱਗ ਸਥਿਤ ਘਰ ਦੀ ਔਸਤ ਕੀਮਤ $1.75 ਮਿਲੀਅਨ ਦੱਸੀ ਗਈ ਹੈ ਜਦਕਿ ਕਿਸੇ ਅਪਾਰਟਮੈਂਟ ਦੀ ਔਸਤ ਕੀਮਤ $7,29,000 ਦੀ ਦੱਸੀ ਗਈ ਹੈ। BC ਵਿੱਚ ਡੈਲਟਾ ਪੁਲਿਸ ਚੀਫ ਦਾ ਕਹਿਣਾ ਹੈ ਕਿ ਲੋਅਰ ਮੇਨਲੈਂਡ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਸੁਲਝਾਉਣ ਲਈ ਸਾਰੀਆਂ ਖੇਤਰੀ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ। ਚੀਫ ਨੀਲ ਡੁਬੋਰਡ ਨੇ ਮੰਨਿਆ ਕਿ ਜਨਤਕ ਥਾਵਾਂ ਤੇ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਬਹੁਤ ਸਾਰੇ ਲੋਕ ਪਰੇਸ਼ਾਨ ਮਹਿਸੂਸ ਕਰ ਰਹੇ ਹਨ। ਇਸੇ ਲੜੀ 'ਚ ਸ਼ਨੀਵਾਰ ਨੂੰ ਸਕੌਟਸਡੇਲ ਸੈਂਟਰ ਮਾਲ ਦੇ ਬਾਹਰ ਗੋਲੀਬਾਰੀ ਦੌਰਾਨ ਇੱਕ ਕਰੈਕਸ਼ਨਜ਼ ਅਫਸਰ ਦੀ ਮੌਤ ਹੋ ਗਈ। ਇਸ ਤੋਂ ਇੱਕ ਦਿਨ ਬਾਅਦ ਬੀਤੇ ਕੱਲ ਲੈਂਗਲੀ 'ਚ ਗੋਲੀ ਚੱਲੀ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਐਤਵਾਰ ਨੂੰ ਹੀ ਬਰਨਬੀ ਵਿੱਚ ਇੱਕ ਔਰਤ ਤੇ ਗੋਲੀ ਚਲਾਈ ਗਈ
ਜਿਸ ਦੀ ਜਾਨ ਬਚ ਜਾਣ ਦੇ ਆਸਾਰ ਦੱਸੇ ਜਾ ਰਹੇ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਸਰੀ 'ਚ ਇੱਕ 19 ਸਾਲਾ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਡੋਬੋਰਡ ਨੇ ਮੰਨਿਆ ਕਿ ਡੈਲਟਾ 'ਚ 29 ਸਾਲਾ ਬਿਕਰਮਦੀਪ ਰੰਧਾਵਾ ਤੇ ਹੋਏ ਹਮਲੇ ਵਿੱਚ ਗੈਂਗ ਸੰਬੰਧੀ ਹਮਲੇ ਦੇ ਕਈ ਪ੍ਰਮਾਣ ਹਨ, ਪਰ ਜਾਂਚ ਅਧਿਕਾਰੀਆਂ ਨੇ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਤੇ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਲੋਕ ਭਰੋਸਾ ਰੱਖਣ ਤੇ ਮਾਮਲੇ ਸੁਲਝਾਏ ਜਾ ਰਹੇ ਹੈ। ਅੱਜ ਕੁਐਸਚਨ ਪੀਰੀਅਡ ਦੌਰਾਨ ਕੰਜ਼ਰਵੇਟਿਵ ਲੀਡਰ ਐਰਨ ਓਟੂਲ ਨੇ ਵੈਕਸੀਨ ਦੀ ਤਰਜੀਹ ਦਾ ਮਾਮਲਾ ਚੁੱਕਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛਿਆ ਕਿ ਕੀ ਕੋਈ ਅਜਿਹੀ ਵੈਕਸੀਨ ਹੈ ਜਿਸ ਨੂੰ ਕਿਸੇ ਹੋਰ ਵੈਕਸੀਨ ਮੁਕਾਬਲੇ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ ਟਰੂਡੋ ਦਾ ਕਹਿਣਾ ਸੀ ਕਿ ਜਿਹੜੀ ਵੈਕਸੀਨ ਸਭ ਤੋਂ ਪਹਿਲਾਂ ਉਪਲਬਧ ਹੋਵੇ ਉਹੀ ਸਭ ਤੋਂ ਬਿਹਤਰ ਹੈ, ਪਰ ਉਨ੍ਹਾਂ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਦੇ ਸੁਰ ਬਦਲੇ ਜਾਪਦੇ ਹੈ। For months, Canadians have been told to get the first vaccine available to them. Today, the Prime Minister refused to confirm that advice on 10 different occasions. Canadians deserve clarity from this government. Is there a preferred type of vaccine? ਇਸ ਤੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਬੇहद ਜ਼ਰੂਰੀ ਹੈ ਕਿ ਸਾਰੇ ਕੈਨੇਡੀਅਨ ਲੋਕਾਂ ਨੂੰ ਵੈਕਸੀਨ ਪ੍ਰਦਾਨ ਹੋ ਸਕੇ। ਉਨ੍ਹਾਂ ਕਿਹਾ ਕਿ ਜਿੰਨੀਆਂ ਵੈਕਸੀਨ ਨੂੰ ਹੈਲਥ ਕੈਨੇਡਾ ਦੀ ਮਨਜ਼ੂਰੀ ਮਿਲੀ ਹੈ ਉਹ ਇਸਤੇਮਾਲ ਲਈ ਬਿਹਤਰ ਹਨ। ਇਸ ਦੇ ਨਾਲ ਹੀ ਉਹਨਾਂ ਦੁਹਰਾਇਆ ਕਿ ਸਭ ਤੋਂ ਪਹਿਲਾਂ ਜਿਹੜੀ ਵੈਕਸੀਨ ਹਾਸਲ ਹੋ ਸਕੇ ਉਹੀ ਸਭ ਤੋਂ ਬਿਹਤਰ ਹੈ। Most important thing is to get vaccinated with the first vaccine offered to you. It is how we get through this. Every vaccine for use in Canada has been judged safe and effective by Health Canada. We all need to get vaccinated to get through this pandemic. ਅੱਜ ਕੁਐਸਚਨ ਪੀਰੀਅਡ ਦੌਰਾਨ ਕੰਜ਼ਰਵੇਟਿਵਜ਼ ਨੇ ਪ੍ਰਧਾਨ ਮੰਤਰੀ ਟਰੂਡੋ ਦੀ ਚੀਫ ਆਫ ਸਟਾਫ ਕੇਟੀ ਟੈਲਫੋਰਡ ਨੂੰ ਲੈ ਕੇ ਤਿੱਖੇ ਸਵਾਲ ਕੀਤੇ। ਐਰਨ ਓਟੂਲ ਨੇ ਕਿਹਾ ਕਿ ਮਾਰਕ ਨੋਰਮਨ ਟ੍ਰਾਇਲ ਵਿੱਚ ਜਨਰਲ ਵੈਂਸ ਦੀ ਗਵਾਹੀ ਤੋਂ ਬਗੈਰ ਉਸ ਨੂੰ ਦੋਸ਼ੀ ਨਹੀਂ ਪਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਜਨਰਲ ਵੈਂਸ ਦੀ ਟਰੂਡੋ ਦੇ ਸੀਨੀਅਰ ਸਟਾਫ ਨਾਲ ਕਾਫੀ ਨੇੜਤਾ ਸੀ ਤੇ ਉਹ ਕੇਟੀ ਟੈਲਫੋਰਡ ਸਮੇਤ ਹੋਰ ਸਟਾਫ ਮੈਂਬਰਾਂ ਨਾਲ ਡਿਨਰ ਤੇ ਵੀ ਜਾਂਦੇ ਸਨ। ਉਨ੍ਹਾਂ ਪੁੱਛਿਆ ਕਿ ਕੀ ਟੈਲਫੋਰਡ ਨੇ ਜਨਰਲ ਵੈਂਸ ਦੇ ਇਲਜ਼ਾਮਾਂ ਤੇ ਇਸੇ ਲਈ ਪਰਦਾ ਪਾਇਆ ਤਾਂ ਜੋ ਨੋਰਮਨ ਟ੍ਰਾਇਲ ਅੱਗੇ ਵੱਧ ਸਕੇ। Mark Norman could not have been charged, Mr. Speaker, without the testimony of General Vance. Did Katie Telford sit on the General Vance allegations to further the Norman prosecution? ਇਸ ਤੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਵਿਰੋਧੀ ਖੇਮਾ ਜ਼ਬਰਦਸਤੀ ਕੋਈ ਜੋੜ ਤੋੜ ਕਰਕੇ ਇਸ ਮਾਮਲੇ ਵਿੱਚ ਕੌਨਸਪੀਰੇਸੀ ਥਿਊਰੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਦੀ ਜਗ੍ਹਾ ਤੇ ਉਤਪੀੜਨ ਦਾ ਸਾਹਮਣਾ ਕਰਨ ਵਾਲੇ ਲੋਕਾਂ ਦਾ ਹੱਕ ਹੈ ਕਿ ਉਹਨਾਂ ਦੀ ਆਵਾਜ਼ ਸੁਣੀ ਜਾਵੇ ਤੇ ਲਿਬਰਲ ਸਰਕਾਰ ਇਸੇ ਪ੍ਰਕਿਰਿਆ ਤੇ ਕੰਮ ਕਰ ਰਹੀ ਹੈ। The leader of the official opposition tried to twist himself in knots to try and prosecute some sort of conspiracy theory. The reality is, Mr. Speaker, every step of the way, we have moved forward on strengthening supports for survivors of sexual assault, make sure we're strengthening processes. There is more to do, but as a government and as an office, we have always taken that seriously, and every woman and man who serves in the armed forces or works in any workplace in Canada deserves to be supported if they come forward with concerns and allegations. ਭਾਰਤ ਵਿੱਚ ਕੋਵਿਡ-19 ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 2 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਭਾਰਤ ਵਿੱਚ ਲਗਾਤਾਰ 7ਵੇਂ ਦਿਨ 3.5 ਲੱਖ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 3,57,229 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹੈ ਤੇ 3449 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ। ਇਸੇ ਵਿਚਾਲੇ ਸੈਂਟਰ ਫਾਰ ਸੈਲੂਲਰ ਐਂਡ ਮੋਲੀਕਿਊਲਰ ਬਾਇਓਲੋਜੀ ਨੇ B1617 ਤੇ B1618 ਤੋਂ ਇਲਾਵਾ N440K ਵੇਰੀਐਂਟ ਦੀ ਖੋਜ ਕੀਤੀ ਹੈ। ਇਹ ਵੇਰੀਐਂਟ ਸਭ ਤੋਂ ਪਹਿਲਾਂ ਆਂਧਰ ਪ੍ਰਦੇਸ਼ ਦੇ ਕੁਰਨੂਲ ਵਿੱਚ ਪਾਇਆ ਗਿਆ ਸੀ। ਵਿਗਿਆਨੀਆਂ ਮੁਤਾਬਕ ਇਹ ਵੇਰੀਐਂਟ ਪਹਿਲੇ ਵਾਇਰਸ ਨਾਲੋਂ 10 ਗੁਣਾ ਵਧੇਰੇ ਘਾਤਕ ਤੇ ਜਾਨਲੇਵਾ ਹੈ।